ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੀ ਇਤਿਹਾਸਕ ਹੜਤਾਲ ਹੋਈ ਖਤਮ, ਸਰਕਾਰ ਨੇ ਮੰਨੀਆਂ ਮੰਗਾਂ। ਕਈਆਂ ਦੀ ਨੌਕਰੀ ਖਤਰੇ ਵਿੱਚ, ਸ਼ੋਪੀਫਾਈ ਨੇ ਕੀਤਾ ਇਸ ਦਾ ਐਲਾਨ। ਹੜ੍ਹਾਂ ਬਾਰੇ ਟਰੂਡੋ ਦਾ ਬਿਆਨ, ਟਰੂਡੋ ਨੇ ਕੀਤਾ ਦੁੱਖ ਦਾ ਪ੍ਰਗਟਾਵਾ। ਚੀਨ ਖਿਲਾਫ ਟਰੂਡੋ ਦੀ ਕਾਰਵਾਈ, ਚੀਨੀ ਰਾਜਦੂਤ ਨੂੰ ਕੀਤਾ ਗਿਆ ਤਲਬ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਜ਼ਖਮੀ ਹੋਇਆ, ਜਿਸ ਦੀ ਹਸਪਤਾਲ ਦੇ ਵਿੱਚ ਇਸ ਸਮੇਂ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਦੇ ਸੰਬੰਧ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਗੋਲੀ ਕਿਸ ਵੱਲੋਂ ਤੋਂ ਕਿਹੜੇ ਕਾਰਨ ਚਲਾਈ ਗਈ। ਕੈਲਗਨ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਅਪਡੇਟ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 20 ਸਾਲਾ ਇੱਕ ਨੌਜਵਾਨ ਇਸ ਦਾ ਗੰਭੀਰ ਹਾਲਤ ਦੇ ਵਿੱਚ ਹੈ। ਓਨਟਾਰੀਓ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦਾ ਇਹ ਮਾਮਲਾ 3 ਵਜੇ ਤੜਕੇ ਸਾਹਮਣੇ ਆਇਆ, ਜੋ ਕਿ ਕੈਲਗਨ ਦੇ ਵਿੱਚ ਵਾਪਰਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਮੌਕੇ ਵਾਲੀ ਥਾਂ ਦੇ ਉੱਪਰ ਉਹਨਾਂ ਨੂੰ ਇੱਕ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਮਿਲਿਆ। ਫਿਰ ਉਸ ਨੂੰ ਤੁਰੰਤ ਲੋਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਨੌਜਵਾਨ ਦਾ ਨਾਮ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਉਸ ਦੀ ਉਮਰ 20 ਸਾਲ ਦੇ ਕਰੀਬ ਹੈ। ਕੈਲਗਨ ਪੁਲਿਸ ਵੱਲੋਂ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇੱਥੇ ਗੋਲੀਆਂ ਕਿਸ ਕਾਰਨ ਤੇ ਕਿਉਂ ਚੱਲੀਆਂ ਹਨ। ਫਿਲਹਾਲ ਉਹਨਾਂ ਵੱਲੋਂ ਕੋਈ ਬਹੁਤੀ ਅਪਡੇਟ ਜਨਤਕ ਨਹੀਂ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਆਮ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ ਤੇ ਉਹ ਮਾਮਲੇ ਦੀ ਤਫਤੀਸ਼ ਕਰ ਰਹੇ ਨੇ। ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਉਹਨਾਂ ਨੂੰ ਜਾਂਚ ਵਿੱਚ ਸਹਾਇਤਾ ਮਿਲ ਸਕੇ। ਵਿਰੋਧੀ ਲੀਡਰ ਲਗਾਤਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਸਵਾਲ ਚੁੱਕਦੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲਾਂ ਦੇ ਘੇਰੇ ਵਿੱਚ ਘੇਰਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਕੀ ਇਲਜ਼ਾਮ ਲਗਾਏ ਗਏ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਨਿਸ਼ਾਨਾ ਸਾਧਿਆ ਗਿਆ ਜਿੱਥੇ ਉਹਨਾਂ ਨੇ ਇੱਕ ਖਾਸ ਮੁੱਦਾ ਚੁੱਕਿਆ। ਉਹ ਕਹਿੰਦੇ ਨੇ ਕਿ 2 ਸਾਲ ਹੋ ਚੁੱਕੇ ਨੇ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਨਹੀਂ ਕੀਤਾ ਤੇ ਨਾ ਹੀ ਕੈਨੇਡੀਅਨਸ ਦੀ ਸੁਰੱਖਿਆ ਵਾਸਤੇ ਉਹ ਕੋਈ ਕਦਮ ਚੁੱਕ ਰਹੇ ਨੇ। 2 years ago, in July of 2021, the government had a CSIS document showing that an agent for the dictatorship in Beijing was arranging to sanction and punish the family of a Canadian MP because of how he voted on the floor of the House of Commons. And yet for 2 years, this Prime Minister's government kept that agent accredited with diplomatic immunity, allowing him to abuse countless other Canadians of Chinese origin. How can we believe anything he says about protecting our national interests? The Right Honourable Prime Minister. That's simply not true. It's actually irresponsible to suggest that any government might sit on a matter of such seriousness. Based on briefings that I received following yesterday's story, I know that steps have been taken to protect members when they could be in the spotlight of foreign actors because of the legitimate work they do in this place. And our security agencies will continue to independently do this important work, and I have indeed followed up directly with the member for Halton Hills to reassure him on this. The Honourable Leader of the Opposition. You can forgive the member for Halton Welland for not feeling reassured. Nobody should feel reassured. The Prime Minister says my question was false. What was false in it? We know there was a July 2021 document 2 years ago showing that an agent for the dictatorship in Beijing was threatening the family of a Canadian MP because he had stood up for human rights on the floor of this House of Commons. Now, normally that would be a criminal offence for anyone to do, but this individual has immunity granted by this government. Has the Prime Minister taken away that immunity and kicked the diplomat out of Canada? Yes or no? The Right Honourable. ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸਕੂਲ ਦੇ ਵਿੱਚ 2 ਬੱਚੀਆਂ ਦੇ ਉੱਪਰ ਹਮਲਾ ਕੀਤਾ ਗਿਆ। ਬੱਚੀਆਂ ਦੀ ਉਮਰ 10 ਸਾਲ ਤੋਂ ਵੀ ਘੱਟ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਤਾ ਲੱਗਿਆ ਹੈ ਕਿ ਜਿਸ ਵੱਲੋਂ ਚਾਕੂ ਨਾਲ ਹਮਲਾ ਕੀਤਾ ਗਿਆ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਸਕੂਲ ਵਿੱਚ 2 ਲੜਕੀਆਂ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ 2 ਲੜਕੀਆਂ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਉਹ ਜ਼ਖਮੀ ਹਨ। ਇਹ ਮਾਮਲਾ ਬਰਲਿਨ ਦੇ ਨਾਲ ਜੁੜਿਆ ਹੋਇਆ ਜਿਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਜਿਹੜੀਆਂ 2 ਲੜਕੀਆਂ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਉਹ ਕਾਫੀ ਜ਼ਿਆਦਾ ਜ਼ਖਮੀ ਹੋਈਆਂ ਨੇ। ਸਸਪੈਕਟ ਦੀ ਉਮਰ 39 ਸਾਲ ਦੇ ਕਰੀਬ ਦੱਸੀ ਗਈ ਜਿਸ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ। ਇਹ ਸਸਪੈਕਟ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ ਗਿਆ।
ਜਿਹੜੀਆਂ ਦੋ ਬੱਚੀਆਂ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਉਹਨਾਂ ਦੀ ਉਮਰ 7 ਅਤੇ 8 ਸਾਲ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਜੂਦਾ ਸਮੇਂ ਇਹਨਾਂ ਬੱਚੀਆਂ ਦਾ ਇਲਾਜ ਚੱਲ ਰਿਹਾ ਹੈ। ਮੇਅਰ ਵੱਲੋਂ ਵੀ ਇਸ ਘਟਨਾ ਦੇ ਸੰਬੰਧ ਵਿੱਚ ਆਪਣਾ ਪੱਖ ਰੱਖਿਆ ਗਿਆ, ਜਿਨ੍ਹਾਂ ਨੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ। ਫਿਲਹਾਲ ਪੁਲਿਸ ਅਧਿਕਾਰੀ ਇਹੀ ਦੱਸ ਰਹੇ ਨੇ ਕਿ ਉਹਨਾਂ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਨਤਕ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਉਹਨਾਂ ਵੱਲੋਂ ਪੀੜਤ ਜਾਂ ਫਿਰ ਸਸਪੈਕਟ ਦੋਹਾਂ ਦੇ ਹੀ ਨਾਮ ਜਨਤਕ ਨਹੀਂ ਕੀਤੇ ਗਏ। ਕਈਆਂ ਦੀ ਨੌਕਰੀ ਖਤਰੇ ਵਿੱਚ ਹੈ, ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ। ਇਹ ਖਬਰ ਸ਼ੋਪੀਫਾਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਜਿੱਥੇ ਸ਼ੋਪੀਫਾਈ ਨੇ ਐਲਾਨ ਕੀਤਾ ਕਿ ਉਹਨਾਂ ਵੱਲੋਂ ਕੁਝ ਫੀਸਦੀ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ 2000 ਤੋਂ ਵੱਧ ਕਾਮਿਆਂ ਦੀ ਨੌਕਰੀ ਇਸ ਵੇਲੇ ਖਤਰੇ ਵਿੱਚ ਹੈ। ਕੰਪਨੀ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਉਹ ਅਜਿਹਾ ਕਦਮ ਕਿਉਂ ਚੁੱਕ ਰਹੇ ਨੇ। ਕਈ ਕਰਮਚਾਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ। ਸ਼ੋਪੀਫਾਈ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 20% ਸਟਾਫ ਵਿੱਚ ਕਟੌਤੀ ਕੀਤੀ ਜਾਵੇਗੀ। ਆਟੋਵੇਸਟ ਸ਼ੋਪੀਫਾਈ ਇਨਕਾਰਪੋਰੇਸ਼ਨ ਵੱਲੋਂ ਇਸ ਬਾਰੇ ਅਪਡੇਟ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੰਮ ਕਰਨ ਵਾਲੇ ਕਾਮਿਆਂ ਵਿੱਚੋਂ 20% ਉਹਨਾਂ ਵੱਲੋਂ ਕੰਮ ਤੋਂ ਕੱਟੇ ਜਾ ਰਹੇ ਹਨ। ਅਜਿਹਾ ਉਹਨਾਂ ਵੱਲੋਂ ਇਸ ਸਾਲ ਦੌਰਾਨ ਦੂਸਰੀ ਵਾਰ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਵੀ ਕੰਪਨੀ ਵੱਲੋਂ ਸਾਂਝਾ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ ਆਖਿਰਕਾਰ ਇਹਨਾਂ ਕਾਮਿਆਂ ਨੂੰ ਕੰਮ ਤੋਂ ਕਿਉਂ ਕੱਟਿਆ ਜਾ ਰਿਹਾ ਹੈ। ਸ਼ੋਪੀਫਾਈ ਦੇ CEO ਨੇ ਸਟਾਫ ਨੂੰ ਭੇਜੇ ਗਏ ਇੱਕ ਮੈਮੋ ਵਿੱਚ ਲਿਖਿਆ ਕਿ ਉਹ ਮੰਨਦੇ ਹਨ ਕਿ ਕੁਝ ਵਰਕਰਾਂ ਤੇ ਇਸ ਫੈਸਲੇ ਦਾ ਬੇਹੱਦ ਪ੍ਰਭਾਵ ਪਵੇਗਾ ਅਤੇ ਉਹਨਾਂ ਨੇ ਇਹ ਫੈਸਲਾ ਆਸਾਨੀ ਨਾਲ ਨਹੀਂ ਲਿਆ। ਪ੍ਰਭਾਵਿਤ ਮੁਲਾਜ਼ਮਾਂ ਨੂੰ ਈਮੇਲ ਦੇ ਰਾਹੀਂ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਵਰਕਰਾਂ ਦੀ ਵੀ ਨੌਕਰੀ ਗਈ ਹੈ, ਉਹਨਾਂ ਨੂੰ 16 ਹਫ਼ਤਿਆਂ ਦੀ ਮੁਆਵਜ਼ੀ ਤਨਖਾਹ ਅਤੇ ਕੰਪਨੀ ਵਿੱਚ ਗੁਜ਼ਾਰੇ ਹਰ ਇੱਕ ਸਾਲ ਵਾਸਤੇ 1 ਹਫ਼ਤੇ ਦੀ ਤਨਖਾਹ ਦਿੱਤੀ ਜਾਵੇਗੀ। ਉਕਤ ਛਾਂਟੀਆਂ ਦਾ ਕੁਝ ਹਿੱਸਾ ਸ਼ੋਪੀਫਾਈ ਦੁਆਰਾ ਆਪਣੇ ਲੌਜਿਸਟਿਕ ਇਕਾਈ ਕੈਲੀਫੋਰਨੀਆ ਆਧਾਰਿਤ ਫਲੈਕਸਪੋਰਟ ਨੂੰ ਵੇਚੇ ਜਾਣ ਦਾ ਹਿੱਸਾ ਹੈ। ਪਿਛਲੇ ਸਾਲ ਸ਼ੋਪੀਫਾਈ ਆਪਣੇ ਇਸ ਇਕਾਈ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਡਿਲੀਵਰੀ ਕੰਪਨੀ ਡਿਲੀਵਰ ਨੂੰ $2 ਬਿਲੀਅਨ ਵਿੱਚ ਖਰੀਦ ਰਹੀ ਸੀ, ਪਰ ਕੰਪਨੀ ਨੇ ਨਵੀਂ ਦਿਸ਼ਾ ਵਿੱਚ ਜਾਣ ਦਾ ਫੈਸਲਾ ਕੀਤਾ ਤੇ ਕੰਪਨੀ ਵਿੱਚ 13% ਦੀ ਹਿੱਸੇਦਾਰੀ ਦੇ ਕੇ ਆਪਣਾ ਸਾਰਾ ਲੌਜਿਸਟਿਕਸ ਕਾਰੋਬਾਰ ਫਲੈਕਸਪੋਰਟ ਨੂੰ ਦੇ ਦਿੱਤਾ। ਪਿਛਲੇ ਸਾਲ ਦੀਆਂ ਰੈਗੂਲੇਟਰੀ ਫਾਈਲਿੰਗਸ ਦੇ ਹਿਸਾਬ ਨਾਲ ਸ਼ੋਪੀਫਾਈ ਵਿੱਚ 11,600 ਮੁਲਾਜ਼ਮ ਕੰਮ ਕਰਦੇ ਹਨ ਤੇ 20% ਛਾਂਟੀ ਦਾ ਮਤਲਬ ਹੈ ਕਿ 2,300 ਤੋਂ ਵੱਧ ਲੋਕਾਂ ਦੀ ਨੌਕਰੀ ਇਸ ਸਮੇਂ ਖਤਰੇ ਵਿੱਚ ਹੈ। ਕੰਪਨੀ ਦਾ ਕਹਿਣਾ ਹੈ ਕਿ ਛਾਂਟੀ ਤੋਂ ਬਾਅਦ ਦਿੱਤੀ ਜਾਣ ਵਾਲੀ ਮੁਆਵਜ਼ੀ ਤਨਖਾਹ ਨਾਲ ਕੰਪਨੀ ਨੂੰ $150 ਮਿਲੀਅਨ ਦਾ ਖਰਚਾ ਆਵੇਗਾ। ਪਿਛਲੀ ਗਰਮੀਆਂ ਵਿੱਚ ਕੰਪਨੀ ਨੇ 10% ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕੀਤਾ ਸੀ। ਪੈਂਡੈਮਿਕ ਦੌਰਾਨ ਲੱਗੇ ਲਾਕਡਾਊਨਸ ਵਿੱਚ ਬਹੁਤ ਸਾਰੀਆਂ ਡਿਜੀਟਲ ਅਤੇ ਆਨਲਾਈਨ ਕੰਪਨੀਆਂ ਦੀ ਛਾਂਟੀ ਹੋਈ, ਕਿਉਂਕਿ ਖਰੀਦਣ ਅਤੇ ਵੇਚਣ ਦਾ ਸਿਲਸਿਲਾ ਇੱਕ ਤਰ੍ਹਾਂ ਨਾਲ ਆਨਲਾਈਨ ਮਾਧਿਅਮ ਤੱਕ ਸੀਮਿਤ ਹੋ ਗਿਆ। ਸ਼ੋਪੀਫਾਈ ਵੀ ਅਜਿਹੀਆਂ ਹੀ ਕੰਪਨੀਆਂ ਵਿੱਚੋਂ ਇੱਕ ਸੀ ਜਿਸ ਨੇ ਮਹਾਮਾਰੀ ਦੌਰਾਨ ਆਪਣੇ ਕਾਰੋਬਾਰ ਵਿੱਚ ਜ਼ਬਰਦਸਤ ਵਾਧਾ ਦਰਜ ਕੀਤਾ, ਪਰ ਸਾਲ 2021 ਦੇ ਆਖਿਰ ਆਉਂਦਿਆਂ ਆਰਥਿਕ ਧੀਮਾਪਣ ਦੇ ਲੱਛਣ ਨਜ਼ਰ ਆਉਣ ਲੱਗ ਪਏ। ਚਾਈਨਾ ਟਾਊਨ ਦੇ ਵਿੱਚ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ। 3 ਜਾਣੇ ਜ਼ਖਮੀ ਹੋਏ, 3 ਜਾਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 2 ਜਾਣੇ ਤਾਂ ਚਾਕੂ ਲੱਗਣ ਕਾਰਨ ਜ਼ਖਮੀ ਹੋਏ ਨੇ, ਪਰ ਤੀਸਰੇ ਦੇ ਬਾਰੇ ਅਜੇ ਕੋਈ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਚਾਈਨਾ ਟਾਊਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਹੈ। ਝਗੜਾ ਹੋਇਆ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਚਾਕੂ ਦੇ ਨਾਲ ਵਾਰ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਟੋਰਾਂਟੋ ਦੇ ਚਾਈਨਾ ਟਾਊਨ ਖੇਤਰ ਦੇ ਵਿੱਚ ਸ਼ੁਰੂਆਤੀ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ 3 ਜਾਣਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਮਾਮਲਾ 7:18 ਦੇ ਕਰੀਬ ਡੰਡਾਸ ਸਟਰੀਟ ਵੈਸਟ ਦੇ ਨੇੜਿਓਂ ਸਾਹਮਣੇ ਆਇਆ, ਜਿੱਥੇ ਪੁਲਿਸ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਕੁਝ ਲੋਕਾਂ ਦਾ ਆਪਸ ਦੇ ਵਿੱਚ ਝਗੜਾ ਹੋ ਗਿਆ। ਜਦੋਂ ਆਫੀਸਰਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ 2 ਵਿਅਕਤੀ ਇੱਥੇ ਜ਼ਖਮੀ ਹਾਲਤ ਦੇ ਵਿੱਚ ਸਨ, ਜਿਨ੍ਹਾਂ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਇਹਨਾਂ ਨੂੰ ਜ਼ਖਮੀ ਹਾਲਤ ਵਿੱਚ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ, ਜਿਸ ਬਾਰੇ ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਵੱਲੋਂ ਅਪਡੇਟ ਦਿੱਤੀ ਗਈ। ਇਸ ਤੋਂ ਇਲਾਵਾ ਇੱਕ ਤੀਸਰੇ ਵਿਅਕਤੀ ਨੂੰ ਵੀ ਹਲਕੀਆਂ ਸੱਟਾਂ ਆਈਆਂ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਵਿਅਕਤੀ ਜ਼ਖਮੀ ਕਿਵੇਂ ਹੋਇਆ। ਇੱਕ ਸਸਪੈਕਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ, ਪਰ ਸਸਪੈਕਟ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਫਿਲਹਾਲ ਇਹ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਇੱਥੇ ਕੁਝ ਲੋਕਾਂ ਦਾ ਆਪਸ ਦੇ ਵਿੱਚ ਝਗੜਾ ਕਿਉਂ ਹੋਇਆ। ਪੀੜਤਾਂ ਦੀ ਪਹਿਚਾਣ ਵੀ ਨਹੀਂ ਦੱਸੀ ਗਈ। ਪੁਲਿਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਕਿਊਬੈਕ ਦੇ ਵਿੱਚ ਇਸ ਸਮੇਂ ਹੜ੍ਹ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸ ਬਾਰੇ ਬਿਆਨ ਸਾਹਮਣੇ ਆਇਆ। ਦੱਸ ਦਈਏ ਕਿ ਹੜ੍ਹ ਕਾਰਨ ਇੱਕ ਫਾਇਰ ਫਾਈਟਰ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਹੜ੍ਹ ਕਾਰਨ ਫਾਇਰ ਫਾਈਟਰ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸੰਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਹਫ਼ਤਾਵਾਰੀ ਕਾਕਸ ਮੀਟਿੰਗ ਦੌਰਾਨ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਨਾਲ ਹੀ ਉਹ ਕਈ ਹੋਰ ਵੀ ਗੱਲਾਂ ਦਾ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ ਨੇ। Je voulais juste dire d'abord que je viens d'entendre qu'on a trouvé un des individus qu'on avait perdu, les premiers répondants à Charlevoix. Évidemment, toutes nos pensées sont avec les familles, avec la communauté. Nos premiers répondants sont toujours là pour nous aider dans des situations d'urgence. Et c'est à briser le cœur qu'on en a perdu comme ça. ਕੈਨੇਡਾ ਦੀ ਸਭ ਤੋਂ ਵੱਡੀ ਇਤਿਹਾਸਕ ਹੜਤਾਲ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। 35,000 ਕਾਮਿਆਂ ਵੱਲੋਂ ਵੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਉਹਨਾਂ ਦਾ ਵੀ ਅਸਥਾਈ ਸਮਝੌਤਾ ਹੋ ਚੁੱਕਿਆ ਹੈ। ਜੋ ਮੰਗਾਂ ਉਹਨਾਂ ਵੱਲੋਂ ਮੰਗੀਆਂ ਜਾ ਰਹੀਆਂ ਸਨ, ਉਹਨਾਂ ਨੂੰ ਹੁਣ ਸਰਕਾਰ ਨੇ ਮਨਜ਼ੂਰ ਕਰ ਲਿਆ। ਹੜਤਾਲ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਰੈਵਨਿਊ ਏਜੰਸੀ ਵਰਕਰਾਂ ਅਤੇ ਫੈਡਰਲ ਸਰਕਾਰ ਦਰਮਿਆਨ ਅਸਥਾਈ ਸਮਝੌਤਾ ਹੋਇਆ, ਜਿਸ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ ਹੈ। CRA ਦੇ 35,000 ਵਰਕਰਾਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਅਤੇ ਫੈਡਰਲ ਸਰਕਾਰ ਦਰਮਿਆਨ ਅਸਥਾਈ ਸਮਝੌਤਾ ਹੋ ਗਿਆ। ਦੱਸਿਆ ਗਿਆ ਹੈ ਕਿ CRA ਅਤੇ PSAC ਦੀ ਯੂਨੀਅਨ ਆਫ ਟੈਕਸੇਸ਼ਨ ਇੰਪਲਾਈਜ਼ ਨੇ ਕਿਹਾ ਕਿ ਦੋਵੇਂ ਧਿਰਾਂ ਦਰਮਿਆਨ 4 ਸਾਲ ਦਾ ਸਮਝੌਤਾ ਹੋਇਆ। 11:30 ਤੱਕ ਧਰਨਾ ਦੇ ਰਹੇ ਮੁਲਾਜ਼ਮ ਵਾਪਸ ਆਪਣੇ ਕੰਮ ਦੇ ਉੱਪਰ ਪਰਤ ਗਏ। 1,55,000 ਫੈਡਰਲ ਵਰਕਰਾਂ ਨੇ 19 ਅਪ੍ਰੈਲ ਨੂੰ ਦੇਸ਼ ਭਰ ਵਿੱਚ ਹੜਤਾਲ ਕੀਤੀ, ਜਿਸ ਵਿੱਚ ਪਬਲਿਕ ਸਰਵਿਸਿਜ਼ ਅਲਾਇੰਸ ਆਫ ਕੈਨੇਡਾ ਯੂਨੀਅਨ ਦੇ 2 ਗਰੁੱਪ ਸ਼ਾਮਲ ਸਨ। ਪਹਿਲਾ ਗਰੁੱਪ PSAC ਦਾ ਟ੍ਰੈਜ਼ਰੀ ਬੋਰਡ ਗਰੁੱਪ ਸੀ, ਜਿਸ ਵਿੱਚ ਦੇਸ਼ ਭਰ ਦੇ 20 ਵਿਭਾਗਾਂ ਅਤੇ ਮਹਿਕਮਿਆਂ ਦੇ ਕਰੀਬ 1,20,000 ਵਰਕਰ ਸ਼ਾਮਲ ਸਨ। ਸੋਮਵਾਰ ਨੂੰ ਟ੍ਰੈਜ਼ਰੀ ਬੋਰਡ ਅਤੇ ਯੂਨੀਅਨ ਦਰਮਿਆਨ ਅਸਥਾਈ ਸਮਝੌਤਾ ਹੋ ਗਿਆ, ਜਿਸ ਤੋਂ ਬਾਅਦ 1,20,000 ਫੈਡਰਲ ਵਰਕਰਾਂ ਨੇ ਹੜਤਾਲ ਖਤਮ ਕਰ ਦਿੱਤੀ। ਦੂਸਰਾ ਗਰੁੱਪ PSAC ਅਤੇ ਇਸ ਦੀ ਛੋਟੀ ਇਕਾਈ ਯੂਨੀਅਨ ਆਫ ਟੈਕਸੇਸ਼ਨ ਇੰਪਲਾਈਜ਼ ਦੀ ਨੁਮਾਇੰਦਗੀ ਹੇਠ ਸੀ, ਜਿਸ ਵਿੱਚ ਕੈਨੇਡਾ ਰੈਵਨਿਊ ਏਜੰਸੀ ਨੇ ਕਰੀਬ 35,000 ਵਰਕਰ ਸ਼ਾਮਲ ਸਨ। ਇਸ ਗਰੁੱਪ ਦੇ ਵਿੱਚ ਹੜਤਾਲ ਜਾਰੀ ਸੀ, ਪਰ ਹੁਣ ਇਨ੍ਹਾਂ ਅਤੇ ਸਰਕਾਰ ਦਰਮਿਆਨ ਵੀ ਅਸਥਾਈ ਡੀਲ ਹੋ ਚੁੱਕੀ ਹੈ, ਜੋ ਕਿ ਸਿਰੇ ਚੜ੍ਹ ਗਈ। ਟ੍ਰੈਜ਼ਰੀ ਬੋਰਡ ਦੇ ਨਾਲ ਹੋਏ ਸਮਝੌਤੇ ਦੀ ਤਰਜ਼ ਤੇ ਹੀ CRA ਵਰਕਰਾਂ ਨਾਲ ਹੋਏ ਸਮਝੌਤੇ ਵਿੱਚ ਵੀ 4 ਸਾਲਾਂ ਅੰਦਰ 12.6% ਦਾ ਵੇਜ ਵਾਧਾ ਅਤੇ ਇੱਕ ਵਾਰ ਲਈ $2,500 ਪੈਨਸ਼ਨਯੋਗ ਭੁਗਤਾਨ ਸ਼ਾਮਿਲ ਹੈ। ਯੂਨੀਅਨ ਅਤੇ ਸਰਕਾਰ ਦੋਵਾਂ ਨੇ ਆਪਣੀਆਂ ਰਿਲੀਜ਼ ਵਿੱਚ ਲਿਖਿਆ ਕਿ ਅਸਥਾਈ ਸਮਝੌਤੇ ਦੇ ਵਿੱਚ ਰਿਮੋਟ ਵਰਕ, ਕੰਟਰੈਕਟ ਕੀਤੇ ਕੰਮ ਦੇ ਘੰਟੇ ਅਤੇ ਸੀਨੀਅਰਿਟੀ ਵਰਗੇ ਮੁੱਖ ਤਰਜੀਹਾਂ ਨੂੰ ਹੱਲ ਕੀਤਾ ਗਿਆ ਹੈ। ਸੋਮਵਾਰ ਨੂੰ ਟ੍ਰੈਜ਼ਰੀ ਬੋਰਡ ਦੇ ਨਾਲ ਹੋਏ ਸਮਝੌਤੇ ਵਾਂਗ ਹੀ ਦੋਵਾਂ ਧਿਰਾਂ ਘਰੋਂ ਕੰਮ ਕਰਨ ਦੀ ਬੇਨਤੀਆਂ ਦੇ ਸਾਂਝੇ ਮੁਲਾਂਕਣ ਵਾਸਤੇ ਸਹਿਮਤ ਹੋ ਗਈਆਂ ਤੇ ਨਾਲ ਹੀ ਮੁਲਜ਼ਮਾਂ ਦੀਆਂ ਚਿੰਤਾਵਾਂ ਬਾਰੇ ਡਿਪਟੀ ਮੁਖੀਆਂ ਨੂੰ ਸਲਾਹ ਦੇਣ ਵਾਸਤੇ ਵਿਭਾਗੀ ਪੈਨਲ ਬਣਾਉਣ ਦੀ ਵੀ ਜ਼ਰੂਰਤ ਹੋਵੇਗੀ। ਅਲਬਰਟਾ ਤੋਂ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਯੋਜਨਾ ਦੇ ਬਾਰੇ ਦੱਸਿਆ ਗਿਆ। ਇਸ ਯੋਜਨਾ ਦੇ ਨਾਲ ਕਿਹਨਾਂ ਨੂੰ ਫਾਇਦਾ ਹੋਣ ਵਾਲਾ ਹੈ, ਇਸ ਬਾਰੇ ਵੀ ਅਲਬਰਟਾ ਤੋਂ ਪਤਾ ਚੱਲਿਆ। ਇਕੋਨਮੀ ਦੇ ਬਾਰੇ ਅਲਬਰਟਾ UCP ਲੀਡਰ ਵੱਲੋਂ ਗੱਲ ਕੀਤੀ ਗਈ। ਡੈਨੀਅਲ ਸਮਿਥ ਇਸ ਬਾਰੇ ਇੱਕ ਯੋਜਨਾ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ ਨੇ। ਉਹਨਾਂ ਵੱਲੋਂ $1,200 ਦੇ ਬੋਨਸ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਦੇ ਨਾਲ ਹੈਲਥ ਕੇਅਰ ਵਰਕਰ, ਟ੍ਰੇਡ ਵਰਕਰ ਅਤੇ ਹੋਰ ਵੀ ਕਈਆਂ ਨੂੰ ਆਕਰਸ਼ਿਤ ਕੀਤਾ ਜਾਵੇਗਾ। On Monday, I committed that a re-elected United Conservative government would keep Alberta affordable by cutting taxes for all Albertans, saving each taxpayer up to $760 and extending the 13-cent per litre fuel tax holiday until the end of the year. And today I'm pleased to talk about how a UCP government would continue our path of economic growth, investment attraction, and job creation. Our economy has momentum again. It's diversifying. Albertans are finding work and Canadians are moving to Alberta in rates not seen in years. For 4 consecutive years, Alberta smashed venture capital records, attracting $729 million in 2022, a 30% increase over 2021's record-breaking year. In the first quarter of 2023, over 5,220 new businesses incorporated in Alberta. Under the UCP government, global companies have made landmark investments demonstrating the massive potential and opportunity we have in Alberta. We've seen our film and television industry take off, attracting huge projects like HBO's The Last of Us and Ghostbusters Afterlife. Alberta is poised to lead the country in development of renewable energy, working alongside our traditional energy sources. We're leading the country in hydrogen production, and with our hydrogen roadmap, we are well on our way to becoming a global leader in clean, low-cost hydrogen. With our new agri-processing investment tax credit, Alberta is one of the top locations to meet the increasing demand of the growing food processing sector.
Airlines are flocking to invest in Alberta, with both WestJet and Lynx making Calgary their home base, de Havilland building its next airplane manufacturing plant just east of Calgary, and major banks have projected Alberta will lead the country in growth in 2023. A re-elected UCP government would be committed to keeping this momentum going, with a plan to make our economy more resilient while building on our strengths. ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਨੇ ਕਰੋਨਾ ਟੀਕੇ ਦੇ ਬਾਰੇ ਦੱਸਿਆ ਹੈ। ਇੱਕ ਇਨਵੈਸਟਮੈਂਟ ਵੀ ਉਹਨਾਂ ਨੇ ਦੱਸੀ ਹੈ ਜੋ ਕਿ ਮਾਡਰਨਾ ਦੇ ਵਿੱਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਵੈਕਸੀਨ ਪ੍ਰੋਡਕਸ਼ਨ ਦੇ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਦਾ ਵੱਡਾ ਬਿਆਨ ਸਾਹਮਣੇ ਹੈ ਜਿੱਥੇ ਉਹਨਾਂ ਨੇ ਇਸ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ ਹੈ। ਮਾਡਰਨਾ ਦੇ ਬਾਰੇ ਵੀ ਗੱਲ ਕਰਦੇ ਹੋਏ ਉਹ ਦਿਖਾਈ ਦਿੱਤੇ ਤੇ ਨਾਲ ਹੀ ਓਨਟਾਰੀਓ ਦੇ ਵਿੱਚ ਇਸ ਦੀ ਮੈਨੂਫੈਕਚਰਿੰਗ ਦਾ ਵੀ ਜ਼ਿਕਰ ਕੀਤਾ ਗਿਆ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ $4 ਮਿਲੀਅਨ ਦੀ ਇਨਵੈਸਟਮੈਂਟ ਕੀਤੀ ਜਾਵੇਗੀ। Thank you, Brian. Thank you, everyone, for being here today. I'm happy to be here with our friends from the province of Ontario, Moderna, and from Novocal Pharma. One of the most important things that any government can do is to keep its citizens safe. The pandemic brought this point home with incredible clarity. That's why our government acted quickly, committing $2 billion to rebuild this vital sector, including an investment of nearly $33 million for our hosts here at Novocal. We also signed a long-term deal with Moderna to enhance pandemic preparedness in Canada, a move that is helping strengthen not only Canada's life science ecosystem, but our economy as a whole. As we implement Canada's biomanufacturing and life sciences strategy, partnerships like the one that we are celebrating today promise to sustain our momentum. My congratulations to Moderna, Novocal Pharma, and the Government of Ontario for today's announcement. Together, we are helping secure jobs here in Cambridge while solidifying our vaccine manufacturing capacity. Thank you, and now I'd like to introduce Patricia Gauthier, President and General Manager of Moderna Canada. ਐਨਡੀਪੀ ਲੀਡਰ ਜਗਮੀਤ ਸਿੰਘ ਹਾਊਸ ਦੇ ਬਾਹਰ ਬੋਲੇ ਨੇ ਜਿੱਥੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਉਹਨਾਂ ਵੱਲੋਂ ਦਿੱਤਾ ਗਿਆ। ਜਗਮੀਤ ਸਿੰਘ ਵੱਲੋਂ ਕੁਝ ਖਾਸ ਗੱਲਾਂ ਦਾ ਜ਼ਿਕਰ ਕੀਤਾ ਗਿਆ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਊਸ ਆਫ ਕਾਮਨਸ ਦੇ ਬਾਹਰ ਉਹਨਾਂ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਜਿੱਥੇ ਉਹਨਾਂ ਨੇ ਕਾਫੀ ਗੱਲਾਂ ਨੂੰ ਲੈ ਕੇ ਸਾਂਝ ਪਾਈ ਹੈ। ਜਗਮੀਤ ਸਿੰਘ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। So we've got 10 years of the Prime Minister being the leader of the Liberal Party. And in 10 years, life has gotten worse for Canadians, not better. And I want to talk particularly about the empty words and broken promises. There's been 10 years of leadership and 10 years of broken promises. And we'll be releasing a fact check about all the broken promises. But I want to single in on one particular one because it's hurting Canadians the most right now. And that's the cost of housing. The Prime Minister promised to make it more affordable for homes, make it more affordable for housing, and it's been the exact opposite. It's become more expensive than ever before. Rents have doubled since the Prime Minister has taken office. It is more expensive than ever to buy a home, and people are hurting. This is an example of a broken promise that is hurting Canadians. While he has made that promise to help out people, people have been struggling, but those that have been profiting off the housing market have been more wealthy than ever before, making more money than ever before. And that is wrong. We have to take this crisis seriously. We actually have to build more homes that are affordable. Donc, 10 ans de Premier ministre comme chef du Parti libéral et 10 ans des vides paroles, des promesses brisées. Et ça fait mal aux gens. Et on va partager les promesses brisées. Il y en a beaucoup, mais je veux cibler un maintenant parce que ça a un grand impact sur la vie des gens. Ça, c'est la promesse brisée par rapport à créer ou de rendre la vie plus abordable par rapport aux maisons ou le logement. C'est l'opposé. On a le pire bilan dans l'Occident. Le coût de loyer est doublé, le coût d'acheter une maison est explosé. C'est maintenant complètement impossible de trouver du logement abordable. Et c'est un exemple de ce que le Premier ministre a fait parce qu'à l'autre côté, pour les gens qui gagnent des profits dans le marché immobilier, ils ont gagné plus d'argent de jamais dans leur vie. Donc, on doit prendre au sérieux cette crise et on doit régler cette crise. Et c'est clair que le Premier ministre ne peut pas la faire. ਚੀਨ ਖਿਲਾਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਹੁਣ ਇੱਕ ਵਿਅਕਤੀ ਨੂੰ ਤਲਬ ਕੀਤਾ ਗਿਆ ਹੈ। ਇਸ ਦਾ ਕਾਰਨ ਵੀ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਹਨਾਂ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ।
ਵਿਦੇਸ਼ੀ ਮੰਤਰੀ ਜੌਲੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਦੀ ਵਿਦੇਸ਼ੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਨੂੰ ਕਥਿਤ ਧਮਕੀਆਂ ਦੇ ਮਾਮਲੇ ਵਿੱਚ ਕੈਨੇਡਾ ਨੇ ਚੀਨੀ ਰਾਜਦੂਤ ਨੂੰ ਤਲਬ ਕੀਤਾ ਹੈ। ਕੰਜ਼ਰਵੇਟਿਵ ਐਮਪੀ ਮਾਈਕਲ ਨੂੰ ਧਮਕਾਉਣ ਦੀ ਸਾਜ਼ਿਸ਼ ਦੇ ਮਾਮਲੇ ਦੇ ਵਿੱਚ ਲਿਬਰਲ ਸਰਕਾਰ ਨੇ ਕਦਮ ਚੁੱਕਿਆ ਤੇ ਉਹਨਾਂ ਵੱਲੋਂ ਚੀਨੀ ਰਾਜਦੂਤ ਨੂੰ ਤਲਬ ਕਰ ਦਿੱਤਾ ਗਿਆ। ਕੈਨੇਡਾ ਦੀ ਵਿਦੇਸ਼ ਮੰਤਰੀ ਵੱਲੋਂ ਆਪਣੇ ਡਿਪਟੀ ਨੂੰ ਕਿਹਾ ਗਿਆ ਕਿ ਉਹ ਚੀਨੀ ਰਾਜਦੂਤ ਕੌਂਗ ਨੂੰ ਦੱਸ ਦੇਣ ਕਿ ਕੈਨੇਡਾ ਆਪਣੇ ਮਾਮਲਿਆਂ ਵਿੱਚ ਕਿਸੇ ਕਿਸਮ ਦੀ ਵਿਦੇਸ਼ੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗਾ। ਮੰਤਰੀ ਜੌਲੀ ਨੇ ਉਹਨਾਂ ਮੀਡੀਆ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਮੁਤਾਬਕ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦਾ ਮੰਨਣਾ ਹੈ ਕਿ ਚੀਨ ਦੇ ਟੋਰਾਂਟੋ ਕੌਂਸਲੇਟ ਤੋਂ ਕੰਮ ਕਰਨ ਵਾਲੇ ਇੱਕ ਡਿਪਲੋਮੈਟ ਨੇ ਚੀਨ ਦੇ ਮਨੁੱਖੀ ਅਧਿਕਾਰਾਂ ਦੀ ਆਲੋਚਨਾ ਦੇ ਕਾਰਨ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਮਾਈਕਲ ਚੌਂਗ ਅਤੇ ਹਾਂਗਕਾਂਗ ਦੇ ਵਿੱਚ ਉਸਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਇਆ। ਜੌਲੀ ਨੇ ਹਾਊਸ ਆਫ ਕਾਮਨਸ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਅੱਗੇ ਕਿਹਾ ਕਿ ਜੋ ਵੀ ਵਾਪਰਿਆ ਹੈ ਉਹ ਸਵੀਕਾਰ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਡਿਪਲੋਮੈਟ ਨੂੰ ਦੇਸ਼ ਤੋਂ ਬਾਹਰ ਕੱਢਣ ਸਮੇਤ ਕਈ ਵਿਕਲਪ ਉਨ੍ਹਾਂ ਕੋਲ ਵਿਚਾਰੇ ਜਾ ਰਹੇ ਨੇ। ਵਿਰੋਧੀ ਕੰਜ਼ਰਵੇਟਿਵ ਵੱਲੋਂ ਲਿਬਰਲ ਤੇ ਡਿਪਲੋਮੈਟਿਕ ਨੂੰ ਕੈਨੇਡਾ ਤੋਂ ਕੱਢਣ ਦਾ ਜ਼ੋਰ ਪਾਇਆ ਗਿਆ। ਜੌਲੀ ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਸਾਰੇ ਵਿਦੇਸ਼ੀ ਡਿਪਲੋਮੈਟ ਸਵੀਕਾਰ ਕਰਯੋਗ ਐਕਟੀਵਿਟੀਜ਼ ਬਾਰੇ ਸੰਯੁਕਤ ਰਾਸ਼ਟਰ ਦੇ ਇਕਰਾਰਨਾਮੇ ਦੀ ਪਾਲਣਾ ਕਰਨ। ਜੌਲੀ ਨੇ ਚੌਂਗ ਨੂੰ ਕਿਹਾ ਕਿ ਉਨ੍ਹਾਂ ਨੂੰ ਚੌਂਗ ਨਾਲ ਹਮਦਰਦੀ ਹੈ ਤੇ ਉਹ ਸਮਝ ਸਕਦੇ ਨੇ ਕਿ ਆਪਣੇ ਪਿਆਰਿਆਂ ਨੂੰ ਟਾਰਗੇਟ ਕੀਤਾ ਜਾਣਾ ਕਿਹੋ ਜਿਹਾ ਅਹਿਸਾਸ ਹੁੰਦਾ ਹੈ। ਜਵਾਬ ਦੇ ਵਿੱਚ ਚੌਂਗ ਦਾ ਕਹਿਣਾ ਹੈ ਕਿ ਫਿਰ ਉਹ ਡਿਪਲੋਮੈਟ ਅਜੇ ਤੱਕ ਇੱਥੇ ਕੈਨੇਡਾ ਕਿਉਂ ਨਹੀਂ। ਕੰਜ਼ਰਵੇਟਿਵਸ ਨੇ ਜ਼ੋਰ ਦੇ ਕੇ ਕਿਹਾ ਕਿ ਲਿਬਰਲ ਸਰਕਾਰ 2 ਸਾਲ ਪਹਿਲਾਂ ਸਾਹਮਣੇ ਆਏ ਖਤਰੇ ਤੇ ਕਾਰਵਾਈ ਕਰਨ ਵਿੱਚ ਅਸਫਲ ਹੋਈ ਹੈ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫ਼ਤੇ ਕਿਹਾ ਕਿ ਖੁਫੀਆ ਏਜੰਸੀਆਂ ਨੇ ਕਿਸੇ ਨੂੰ ਸੂਚਿਤ ਨਾ ਕਰਨ ਦਾ ਫੈਸਲਾ ਕੀਤਾ ਸੀ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮਤਾ ਲਿਆਂਦਾ ਜਿਸ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਖਤਰਿਆਂ ਵਿਰੁੱਧ ਸਰਕਾਰ ਨੂੰ ਵਧੇਰੇ ਹਮਲਾਵਰ ਰਵੱਈਆ ਇਖਤਿਆਰ ਕਰਨ ਵਾਸਤੇ ਕਿਹਾ ਗਿਆ ਅਤੇ ਇਸ ਵਿੱਚ ਡਿਪਲੋਮੈਟਾਂ ਨੂੰ ਕੈਨੇਡਾ ਤੋਂ ਕੱਢਣਾ ਸ਼ਾਮਲ ਹੈ। ਟਰੂਡੋ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਇੱਕ ਰਿਪੋਰਟ ਦੇ ਵਿੱਚ ਪਤਾ ਚੱਲਿਆ ਜਿਸ ਦਾ ਉਹਨਾਂ ਵੱਲੋਂ ਹਵਾਲਾ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੀ ਇਤਿਹਾਸਕ ਹੜਤਾਲ ਹੋਈ ਖਤਮ, ਸਰਕਾਰ ਨੇ ਮੰਨੀਆਂ ਮੰਗਾਂ। ਕਈਆਂ ਦੀ ਨੌਕਰੀ ਖਤਰੇ ਵਿੱਚ, ਸ਼ੌਪੀਫਾਈ ਨੇ ਕੀਤਾ ਇਸ ਦਾ ਐਲਾਨ। ਹੜ੍ਹਾਂ ਬਾਰੇ ਟਰੂਡੋ ਦਾ ਬਿਆਨ, ਟਰੂਡੋ ਨੇ ਕੀਤਾ ਦੁੱਖ ਦਾ ਪ੍ਰਗਟਾਵਾ। ਚੀਨ ਖਿਲਾਫ ਟਰੂਡੋ ਦੀ ਕਾਰਵਾਈ, ਚੀਨੀ ਰਾਜਦੂਤ ਨੂੰ ਕੀਤਾ ਗਿਆ ਤਲਬ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।